ਜਿਤ ਤੇ ਪ੍ਰਿਥਵੀ ਨਵ ਖੰਡਣ ਹੈ, ਬਸੰਤ ਦੇ ਤੱਤੇ ਨੂੰ ਸਿਆਰੀ ਹੈ। ਜਿੰਦਾ ਅਰਥ ਵਸਦਾ ਹੋਵੇ, ਵਸਣਾ ਹੈ। ਬਸੰਤ ਵਸਦਾ ਹੋਵੇ ਤੇ ਕਿਤੇ ਕਹਿੰਦੇ ਸਵਰਗ ਲੋਕ ਹੈ। ਸਵਰਗ ਲੋਕ ਤੇ ਜਾਂ ਸਵਰਗ ਲੋਕ ਵਰਗੀ ਧਰਤੀ ਤੇ, ਕਿਉਂਕਿ ਨਰਕ ਸਵਰਗ ਦੇ ਵਿਚਾਰ ਆਪਾਂ ਬੜੀ ਵਾਰੀ ਕੀਤੀ ਹੈ। ਗੁਰਮਤਿ ਨੇ ਕਿਤੇ ਹੋਰ ਬਾਹਰ ਨਰਕ ਜਾਂ ਕਿਸੇ ਸਵਰਗ ਨੂੰ ਮੰਨੀ ਨਹੀਂ, ਕਿਉਂਕਿ ਜਿਹੜੇ ਬੰਦਗੀ ਕਰਨ ਵਾਲੇ ਨੂੰ ਕਹਿੰਦੇ ਨੇ ਨਾ ਸਾਨੂੰ ਨਰਕਾਂ ਦਾ ਡਰ ਹੈ ਨਾ ਸਵਰਗਾਂ ਦੀ ਚਾਹਤ ਹੈ। ਜੇ ਹੋਵੇਗਾ ਵੀ ਤੇ ਬੇਸ਼ੱਕ ਹੁੰਦਾ ਰਵੇ, ਅਸੀਂ ਨਰਕਾਂ ਤੋਂ ਕੀ ਲੈਣਾ ਤੇ ਸਵਰਗਾਂ ਤੋਂ ਕੀ ਲੈਣਾ, ਕਿਉਂਕਿ ਸਾਡੇ ਵਾਸਤੇ ਸਾਰੇ ਹੀ ਸੁੱਖ ਸਭ ਕੁਝ ਸਾਡੇ ਲਈ ਸਾਡੇ ਗੁਰੂ ਦੇ ਚਰਨ ਨੇ। ਔਰ ਭਗਤ ਜੀ ਨੇ ਪਾਵਨ ਬਚਨ ਵੀ ਕਹੇ ਨੇ, ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ। ਭਗਤ ਕਬੀਰ ਜੀ ਕਹਿੰਦੇ ਨੇ, ਹਮ ਕਾਹੂ ਕੀ ਕਾਨ ਨਾ ਕੱਢਦੇ, ਤੇ ਕਿਉਂ ਨਹੀਂ ਕਿਸੇ ਦੀ ਕਾਨ ਜੀ, ਕਹਿੰਦੇ ਆਪਣੇ ਗੁਰ ਪ੍ਰਸਾਦੇ। ਆਪਣੇ ਗੁਰੂ ਦੇ ਕਿਰਪਾ ਨਾਲ ਅਸੀਂ ਨਰਕ ਸੁਰਗ ਤੋਂ ਬਿਲਕੁਲ ਉੱਤੇ ਹਾਂ, ਸਾਨੂੰ ਇਹਨਾਂ ਦੀ ਚਾਹਤ ਨਹੀਂ। ਔਰ ਸਤਿਗੁਰੂ ਜੀ ਕਹਿੰਦੇ ਨੇ, ਭਾਵੇਂ ਮਨੁੱਖ ਵਸਦਾ ਹੋਵੇ ਧਰਤੀ ਤੇ, ਔਰ ਉਸ ਧਰਤੀ ਨੂੰ ਕਹਿੰਦਾ ਹੋਵੇ ਸਵਰਗ ਵਰਗੀ ਹੈ। ਔਰ ਨਾਲ ਕਹਿੰਦੇ ਨੇ, ਜਿਤ ਤੇ ਪ੍ਰਿਥਵੀ ਨਵ ਖੰਡਣ ਹੈ, ਜਿੰਨੇ ਵੀ ਨੌਖੰਡ ਪ੍ਰਿਥਵੀ ਹੈ, ਧਰਤੀ ਹੈ, ਸਾਰੀ ਦੀ ਸਾਰੀ ਦੇ ਵਸਦਾ ਹੋਏ, ਸਾਰੇ ਸੁੱਖ ਇਹਦੇ ਕੋਲ ਹੋਣ। ਔਰ ਦੇਖੋ ਸਤਿਗੁਰੂ ਜੀ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਦੁਨੀਆ ਦੇ ਵਿੱਚ ਸਾਨੂੰ ਬੜੇ ਬਾਬੇ ਮਿਲ ਜਾਣਗੇ, ਆਪਣੇ ਆਪ ਦੇ ਵਿੱਚ ਕਈ ਗੁਰੂ ਵੀ ਬਣੇ ਬੈਠੇ ਨੇ, ਗੁਰੂ ਤੋਂ ਅੱਗੇ ਰੱਬ ਵੀ ਬਣੇ ਨੇ। ਉਹ ਬੇਸ਼ੱਕ ਕਹਿੰਦੇ ਨੇ ਕਿ ਸਾਡੇ ਕੋਲ ਆਓ, ਸੁੱਖ ਹੀ ਸੁੱਖ ਮਿਲਣਗੇ। ਪਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸਿੱਖ ਨੂੰ ਕਦੇ ਇਹ ਨਹੀਂ ਕਿਹਾ ਕਿ ਵੀ ਤੇਰੇ ਕੋਲ ਦੁੱਖ ਨਹੀਂ ਆਏਗਾ, ਕਿਉਂਕਿ ਸੁੱਖ ਤੇ ਤਾਂ ਹੀ ਨਾ ਜੇ ਦੁੱਖ ਨਾ ਹੋਵੇ। ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ, ਭਾਈ ਸਿੱਖਾ ਤੂੰ ਇੱਕ ਗੱਲ ਨੂੰ ਸਮਝੇ, ਜੇ ਤੇਰੇ ਕੋਲ ਮਨੁੱਖਾ ਸਰੀਰ ਹੈ, ਸਰੀਰ ਦੇ ਵਿੱਚ ਰਹਿੰਦਿਆਂ ਇਹ ਦੁੱਖ ਤੇ ਸੁੱਖ ਇਹ ਨਦੀ ਦੇ ਦੋ ਕਿਨਾਰਿਆਂ ਦੀ ਤਰ੍ਹਾਂ ਹੈ। ਜਿਵੇਂ ਨਦੀ ਦੋ ਕਿਨਾਰੇ ਤੋਂ ਬਿਨਾਂ ਚੱਲ ਨਹੀਂ ਸਕਦੀ, ਇਹ ਜ਼ਿੰਦਗੀ ਜਿਹੜੀ ਹੈ ਸੁੱਖ ਤੇ ਦੁੱਖ ਤੋਂ ਬਿਨਾਂ ਚੱਲ ਹੀ ਨਹੀਂ ਸਕਦੀ। ਔਰ ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ ਭਾਈ ਤੈਨੂੰ ਦੁੱਖ ਨਹੀਂ ਆਏਗਾ। ਪਰ ਹਾਂ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਦੁੱਖ ਆ ਜਾਵੇ, ਪਰ ਗੁਰੂ ਕੇ ਸਿੱਖਾਂ ਤੋਂ ਦੁੱਖ ਨੂੰ ਪਾਏਗਾ ਨਹੀਂ। ਹੁਣ ਦੁੱਖ ਆਉਣਾ ਤੇ ਦੁੱਖ ਪਾਉਣਾ ਗੱਲਾਂ ਦੋ ਅੱਡ ਨੇ, ਪਰ ਕਈ ਵਾਰੀ ਸਾਨੂੰ ਇੱਕੋ ਹੀ ਲੱਗਦੀਆਂ ਨੇ। ਔਰ ਸਤਿਗੁਰੂ ਜੀ ਦੇ ਵਰਸਾਏ ਹੋਏ ਗੁਰੂ ਕੇ ਸਿੱਖ ਬਹੁਤ ਸਾਰੇ ਨੇ। 28 ਸੈਕਟਰ ਵਿਦਿਆ ਕੇਂਦਰ 'ਚ ਡਾਕਟਰ ਸਨ ਗੁਰਬਖਸ਼ ਸਿੰਘ ਜੀ, ਔਰ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਵੱਧ ਤੋਂ ਵੱਧ ਤੁਹਾਡੇ ਕੋਲ ਸਮਾਂ ਜਿਹੜਾ 1 ਸਾਲ ਦਾ ਹੈ। ਔਰ ਕਦੇ ਵੀ ਉਹਨਾਂ ਦੇ ਮੱਥੇ ਦੇ ਉੱਤੇ ਸ਼ਿਕਸਤ ਨਹੀਂ ਸੀ ਕਿ 1 ਸਾਲ ਦਾ ਸਮਾਂ ਤਾਂ ਹੈ ਨਾ, ਮਰਨਾ ਤੇ ਸਭ ਨੇ ਹੈ। ਭਾਵੇਂ ਪਰਮੇਸ਼ਰ ਦੀ ਕਿਰਪਾ ਹੋਈ ਕਿ ਉਸ ਤੋਂ ਬਾਅਦ ਫਿਰ ਕਈ ਸਾਲ ਰਹੇ ਵੀ ਠੀਕ। ਔਰ ਐਸੇ ਬਹੁਤ ਸਾਰੇ ਗੁਰਮੁਖ ਪਿਆਰੇ ਨੇ ਜਿਹੜੇ ਜਾਣਦੇ ਨੇ ਕਿ ਮਰਨਾ ਤੇ ਹੈ ਹੀ। ਹੁਣ ਇੱਕ ਉਹ ਨੇ ਜਿਹੜੇ ਪਰਵਾਹ ਨਹੀਂ ਕਰਦੇ, ਕੋਈ ਨਹੀਂ ਮਰਨਾ ਤਾਂ ਹੈ ਨਾ, 1 ਮਹੀਨਾ 1 ਸਾਲ ਤੇ ਹੈ ਨਾ। ਪਰ ਕੁਝ ਉਹ ਨੇ ਕਿ ਜਿਨ੍ਹਾਂ ਨੂੰ ਰੋਗ ਲੱਗ ਜੇ, ਦੁੱਖ ਲੱਗ ਜੇ, ਉਹ ਹਰ ਥਾਂ ਤੇ ਰੋ ਰੋ ਕੇ ਸੁਣਾਉਂਦੇ ਨੇ, ਹਾਏ ਸ਼ੂਗਰ ਹੋ ਗਈ, ਭਾਵੇਂ ਕਿ ਇਹ ਆਮ ਜਿਹੀ ਬਿਮਾਰੀ ਹੁਣ ਬਣ ਗਈ। ਉਹਨਾਂ ਕੋਲ ਵੀ ਦੁੱਖ ਹੈ, ਪਰ ਉਹ ਦੁੱਖ ਦੇ ਵਿੱਚ ਦੁਖੀ ਨੇ। ਇੱਕ ਉਹ ਨੇ ਜਿਨ੍ਹਾਂ ਕੋਲ ਬੜਾ ਵੱਡਾ ਦੁੱਖ ਹੈ, ਪਰ ਦੁੱਖ ਦੇ ਵਿੱਚ ਵੀ ਉਹ ਪਰਵਾਹ ਨਹੀਂ ਕਰਦੇ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ, ਭਾਈ ਜਿਨ੍ਹਾਂ ਨੇ ਰੱਬ ਨੂੰ ਭੁਲਾਇਆ, ਭਾਵੇਂ ਦੁਨੀਆ ਦੇ ਸਾਰੇ ਸੁੱਖ ਹੋਣ, ਅਸਲ ਵਿੱਚ ਸੁੱਖ ਹੁੰਦਿਆਂ ਹੋਇਆਂ ਵੀ ਉਹ ਸੁਖੀ ਰਹਿ ਸਕਦੇ ਹੀ ਨਹੀਂ। ਤੇ ਜਿਨ੍ਹਾਂ ਨੂੰ ਰੱਬ ਚੇਤੇ, ਉਹਨਾਂ ਕੋਲ ਭਾਵੇਂ ਦੁਨੀਆ ਦੇ ਸਾਰੇ ਦੁੱਖ ਆ ਜਾਣ, ਕਿਸੇ ਦੁੱਖ ਵਿੱਚ ਮਜਾਲ ਨਹੀਂ, ਇਹ ਹਿੰਮਤ ਨਹੀਂ ਕਿ ਉਹ ਸਿੱਖ ਨੂੰ, ਉਹ ਜਪਣ ਵਾਲੇ ਬੰਦਗੀ ਕਰਨ ਵਾਲੇ ਨੂੰ ਦੁਖੀ ਕਰ ਸਕੇ। ਕਿਉਂਕਿ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਹਰ ਕੋਈ ਮੰਗਦਾ ਤੇ ਸੁੱਖ ਹੀ ਹੈ। ਪਰ ਇਹ ਸਭ ਦਾ ਤਜਰਬਾ ਹੈ ਵੀ ਹਰ ਕੋਈ, ਅਸੀਂ ਵੀ ਸੁੱਖ ਹੀ ਮੰਗਣੇ ਆ, ਪਰ ਦੁੱਖ ਤੇ ਆਉਂਦਾ ਹੀ ਨਹੀਂ ਨਾ ਜੀ। ਆਪਣੇ ਸਰੀਰ ਤੇ ਨਾ ਆਏ, ਪਰਿਵਾਰ ਤੇ ਆ ਜਾਏਗਾ, ਕਿਸੇ ਆਂਢੇ ਗੁਆਂਢੀ ਤੇ ਆ ਜਾਏਗਾ। ਇਹ ਦੁੱਖ ਆਉਣਾ ਹੀ ਹੈ, ਭਾਵੇਂ ਸਰੀਰ ਕਰਕੇ ਆ ਜਾਏ, ਪਰਿਵਾਰ ਕਰਕੇ ਆ ਜਾਏ, ਰੁਪਈਏ ਪੈਸੇ ਆਰਥਿਕ ਕਰਕੇ ਆ ਜਾਏ, ਇਹ ਭਾਵੇਂ ਸਮਾਜ ਕਰਕੇ ਆ ਜਾਏ, ਪਰ ਇਹਨੇ ਆਉਣਾ ਹੈ।
ਮੰਗਦਾ ਕੋਈ ਨਹੀਂ, ਪਰ ਗੁਰੂ ਸਾਹਿਬ ਜੀ ਕਹਿੰਦੇ ਨਿਉਂਦੇ ਜ਼ਰੂਰ ਨੇ। ਸਤਿਗੁਰੂ ਦੇ ਪਾਵਨ ਬਚਨ ਨੇ ਕਿ ਸੁਖ ਮੰਗਤ ਦੁੱਖ ਅੱਗ ਲੈ ਆਵੈ। ਮੰਗਦੇ ਤੇ ਸੁੱਖ ਨੇ, ਪਰ ਦੁੱਖ ਆ ਜਾਂਦੇ ਨੇ ਔਰ ਆਉਂਦੇ ਨੇ। ਔਰ ਇੱਕ ਪਾਵਨ ਬਚਨ ਗੁਰੂ ਸਾਹਿਬ ਨੇ ਕਿਹਾ ਹੈ ਕਿ ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਏ। ਹੁਣ ਦੁੱਖ ਮੰਗਦਾ ਕੋਈ ਨਹੀਂ, ਪਰ ਆਉਂਦੇ ਤੇ ਹੈ ਨਾ। ਇਹ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਤੈਨੂੰ ਲੱਗਦਾ ਹੋਵੇ ਦੁਨੀਆ ਦੇ ਸਾਰੇ ਸੁੱਖ ਨੇ, ਪਰ ਚੇਤੇ ਰੱਖੀ ਸੁਖ ਹੈ ਕੋ ਦੁਖ ਅਗਲਾ। ਮਨ ਮੁਖ ਬੂਝ ਨਾ ਹੋਏ ਸੁਖ ਤੋਂ ਅੱਗੇ ਬੜਾ ਵੱਡਾ ਦੁੱਖ ਹੈ ਔਰ ਆਉਣਾ ਜ਼ਰੂਰ ਹੈ। ਪਰ ਜਿਹੜੇ ਗੁਰੂ ਦੇ ਸ਼ਰਨ ਵਿੱਚ ਆ ਕੇ ਜਿਨ੍ਹਾਂ ਨੂੰ ਰੱਬ ਚੇਤੇ, ਉਹ ਸਤਿਗੁਰੂ ਜੀ ਕਹਿੰਦੇ ਨੇ ਸੁੱਖ ਦੁੱਖ ਸਮ ਕਰ ਜਾਣੀਐ। ਸ਼ਬਦ ਭੇਦ ਸੁੱਖ ਹੋਏ, ਗੁਰੂ ਦੇ ਸ਼ਬਦ ਨੂੰ ਸਮਝ ਕੇ ਸਦੀਵੀ ਸੁੱਖ ਮਿਲਦਾ, ਦੁੱਖ ਵਿੱਚ ਵੀ ਸੁੱਖ ਮਿਲਦਾ ਹੈ। ਕਿਉਂਕਿ ਫਿਰ ਗੁਰੂ ਦੇ ਸਿੱਖ ਦੀ ਤੇ ਅਰਦਾਸ ਹੀ ਇਹ ਹੈ ਕਿ ਜੇ ਭੂਖ ਦੇਹ ਤਾਂ ਇਤ ਹੀ ਰਾਜਾ। ਖਾਣ ਨੂੰ ਕੁਛ ਨਾ ਹੋਵੇ, ਨਿਰੀ ਭੁੱਖ ਹੋਵੇ, ਮੈਂ ਇਹਦੇ ਵਿੱਚ ਵੀ ਰੱਜਿਆ ਹੋਇਆ ਮਹਿਸੂਸ ਕਰਾਂ, ਮੈਂ ਇਹਦੇ ਵਿੱਚ ਵੀ ਰਾਜਾ ਹਾਂ। ਜੇ ਭੂਖ ਦੇਹ ਤਾਂ ਇਤ ਹੀ ਰਾਜਾ, ਦੁੱਖ ਮੈਂ ਸੁਖ ਮਨਾਈ। ਹੁਣ ਇਹ ਤਾਂ ਜੁੜੀ ਹੋਈ ਸੁਰਤਾਂ ਲਈ ਦੁੱਖ 'ਚ ਸੁੱਖ ਮਨਾ ਸਕਦਾ ਨਾ। ਔਰ ਸਤਿਗੁਰੂ ਹੀ ਕਹਿੰਦੇ ਨੇ ਜਿਹਨੂੰ ਰੱਬ ਚੇਤੇ ਸੱਚ ਜਾਣੋ, ਉਹਨੂੰ ਦੁੱਖ ਦੁਖੀ ਕਰ ਨਹੀਂ ਸਕਦਾ, ਉਹਦੇ ਲਈ ਸੁੱਖ ਹੀ ਸੁੱਖ ਹੈ। ਉਹ ਹਰ ਹਾਲਤ ਵਿੱਚ ਰਹਿੰਦੇ ਸੁਖੀ ਹੈ। ਹੁਣ ਇੱਕ ਸਤਿਗੁਰੂ ਜੀ ਨੇ ਪਾਵਨ ਬਚਨ ਕਿਹਾ ਕਿ ਦੁਨੀਆ ਦੇ ਲੋਕਾਂ ਨੂੰ ਭੁਲੇਖਾ ਲੱਗ ਸਕਦਾ ਹੈ ਕਿ ਸਾਨੂੰ ਸੁੱਖ ਮਿਲੇਗਾ। ਔਰ ਗੁਰੂ ਸਾਹਿਬ ਜੀ ਪਾਵਨ ਬਚਨ ਵੀ ਕਰਦੇ ਨੇ ਕਿ ਸਿੱਖਾ ਜੇ ਤੂੰ ਚਾਹੁੰਦਾ ਨਾ ਸੁੱਖ ਮਿਲੇ, ਤੇ ਇਹ ਆਸ ਕਦੇ ਨਾ ਰੱਖੀ ਕਿ ਦੁੱਖ ਨਹੀਂ ਆਏਗਾ। ਪਰ ਦੁੱਖ ਦੇ ਵਿੱਚ ਵੀ ਜੇ ਸੁਖੀ ਰਹਿਣਾ ਚਾਹੁੰਦੇ ਤੇ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਨੇ। ਕਿਵੇਂ ਸੁਖੀ ਰਹੀਏ ਜੀ? ਕਹਿੰਦੇ ਸਿਮਰ 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 ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇੱਕੋ ਹੀ ਤਰੀਕਾ ਹੈ, ਉਹਨੂੰ ਸਿਮਰ ਕੇ ਸਿਮਰਨ ਕਰਕੇ ਤੂੰ ਦੁੱਖ ਵਿੱਚ ਵੀ ਸੁਖੀ ਹੋ ਸਕਣਾ ਹੈ। ਹੁਣ ਸਤਿਗੁਰੂ ਜੀ ਨੇ ਜਿੱਥੇ ਪਾਵਨ ਬਚਨ ਕਹੇ ਨੇ, ਅੱਜ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਭਾਵੇਂ ਜਿੰਨਾ ਮਰਜ਼ੀ ਤੇਰੇ ਕੋਲ ਸੁੱਖ ਹੋਵੇ, ਨੌਖੰਡ ਦਾ ਤੂੰ ਰਾਜਾ ਧਰਤੀ ਦਾ ਹੋਵੇ, ਪਰ ਬਿਸਰੰਤ ਹਰ ਗੋਪਾਲੈ। ਬਿਸਰੰਤ ਜੇ ਭੁੱਲ ਜਾਏ, ਕਿਹਨੂੰ ਗੋਦ ਅਰਥ ਹੈ ਧਰਤੀ, ਤੇ ਪਾਲੇ ਦਾ ਅਰਥ ਪਾਲਕ, ਧਰਤੀ ਨੂੰ ਪਾਲਣਾ ਕਰਨ ਵਾਲਾ ਰੱਬ। ਬਿਸਰੰਤ ਹਰ ਗੋਪਾਲੈ, ਜੇ ਰੱਬ ਨੂੰ ਭੁੱਲ ਗਿਆ ਹੋ ਤੇ ਕਹਿੰਦੇ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਅਸਲ ਵਿੱਚ ਉਹ ਮਨੁੱਖ ਬਿਲਕੁਲ ਉਸ ਉਦਿਆਨ ਦਾ ਅਰਥ ਜੰਗਲ ਔਰ ਭਿਆਨਕ ਜੰਗਲ। ਇਸ ਤਰ੍ਹਾਂ ਜਿਵੇਂ ਭਿਆਨਕ ਜੰਗਲ ਦੇ ਵਿੱਚ ਰਸਤਾ ਭੁੱਲ ਗਿਆ, ਉਹ ਰਸਤਾ ਲੱਭਦਾ ਹੀ ਨਹੀਂ, ਭਟਕਦਾ ਹੀ ਹੈ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਭੁੱਲ ਕੇ ਹਮੇਸ਼ਾ ਹੀ ਰੱਬ ਨੂੰ ਭੁੱਲ ਕੇ, ਰੱਬ ਨੂੰ ਵਿਸਾਰ ਕੇ ਦੁੱਖ ਹੀ ਦੁੱਖ ਮਿਲਦੇ ਨੇ। ਕਿ ਹਰ ਕੇ ਨਾਮ ਬਿਨਾ ਦੁੱਖ ਪਾਵੈ। ਔਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਹ ਵੈਦ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਨੇ ਹਰੀ ਦੇ ਨਾਮ ਤੋਂ ਬਿਨਾਂ ਦੁੱਖ ਮਿਲਦਾ ਹੈ। ਔਰ ਵੈਦ ਦਾ ਕੰਮ ਹੈ ਪਹਿਲੋਂ ਬਿਮਾਰੀ ਦੱਸਣੀ, ਤੇ ਇਕੱਲੇ ਬਿਮਾਰੀ ਨਹੀਂ, ਸਿਆਣਾ ਵੈਦ ਹੋਵੇ ਉਸ ਬਿਮਾਰੀ ਦਾ ਫਿਰ ਇਲਾਜ ਦੱਸਦਾ। ਪਹਿਲੋਂ ਬਿਮਾਰੀ, ਔਰ ਇਹ ਬਿਮਾਰੀ ਹੈ ਬੜੀ ਵੱਡੀ ਕਿ ਹਰ ਕੇ ਨਾਮ ਬਿਨਾਂ ਦੁੱਖ ਪਾਵੇ। ਰੱਬ ਨੂੰ ਭੁੱਲ ਕੇ ਦੁੱਖ ਆਵੇ ਨਹੀਂ ਕਿਹਾ, ਪਾਵੇ ਕਿਹਾ ਹੈ, ਕਿਉਂਕਿ ਆਉਣਾ ਤੇ ਜਪਣ ਵਾਲੇ ਨੂੰ ਇਹ ਹੈ, ਪਰ ਜਪਣ ਵਾਲੇ ਪਾਉਂਦੇ ਨਹੀਂ। ਉਹ ਦੁੱਖ ਦੇ ਵਿੱਚ ਰਹਿ ਕੇ ਵੀ ਦੁਖੀ ਹੁੰਦੇ ਨਹੀਂ। ਕਹਿੰਦੇ ਹਰ ਕੇ ਨਾਮ ਬਿਨਾ ਦੁੱਖ ਪਾਵੈ, ਪਰ ਨਾਮ ਤੋਂ ਬਿਨਾ ਦੁੱਖ ਫਿਰ ਪਾਉਂਦੇ ਨੇ, ਭੋਗਦੇ ਨੇ ਦੁੱਖ ਨੂੰ। ਭਗਤ ਬਿਨਾ ਸੰਸਾਰ ਨਹੀਂ ਚੁੱਕੈ, ਗੁਰ ਇਹ ਭੇਦ ਬਤਾਵੈ। ਸਤਿਗੁਰੂ ਜੀ ਕਹਿੰਦੇ ਨੇ ਭਗਤੀ ਤੋਂ ਬਿਨਾ, ਸਿਮਰਨ ਤੋਂ ਬਿਨਾ ਇਹ ਸੰਸਾਰ ਦੁੱਖਾਂ ਵਾਲਾ ਅੰਦਰੋਂ ਮੁੱਕਣਾ ਹੀ ਨਹੀਂ। ਔਰ ਗੁਰੂ ਸਾਹਿਬ ਜੀ ਭੇਦ ਦੱਸਦੇ ਨੇ ਕਿ ਦੁੱਖ ਆਉਣਗੇ ਕਿਵੇਂ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਅਸੀਂ ਬਚਨ ਪੜ੍ਹਦੇ ਹਾਂ ਕਿ ਜਾ ਕੋ ਮੁਸ਼ਕਿਲ ਅੱਤ ਬਣਾ। ਹੁਣ ਮੁਸ਼ਕਿਲ ਦੁੱਖ ਹੀ ਕਿਹਾ ਜਾਂਦਾ ਨਾ, ਦੁੱਖ ਔਖਾ ਸਮਾਂ ਆਏਗਾ ਤੇ ਸਹੀ। ਕਹਿੰਦੇ ਜਾ ਕੋ ਮੁਸ਼ਕਿਲ ਅੱਤ ਬਣਾ, ਢੋਈ ਕੋਏ ਨਾ ਦੇ। ਲਾਗੂ ਹੋਏ ਦੁਸ਼ਮਣਾ, ਸਾਖ ਪੀ ਭੱਜ ਕਲੇ। ਹੁਣ ਏਡਾ ਵੱਡਾ ਦੁੱਖ ਕਿਹੜਾ ਕਿ ਸਾਰੇ ਪਾਸੋਂ ਔਖਾ ਸਮਾਂ ਆ ਜੇ, ਦੁਸ਼ਮਣ ਮਾਰਨ ਤੇ ਤੁਲ ਜਾਣ, ਆਪਣੇ ਸਾਥ ਛੱਡ ਕੇ ਭੱਜ ਜਾਣ। ਔਰ ਦੇਖੋ ਸਾਥ ਛੱਡ ਕੇ ਲੋਕੀ ਭੱਜ ਹੀ ਜਾਂਦੇ ਨੇ ਨਾ ਜੀ।
और कुदरत ने सानू पिछले सालों च तो विखाया भी है। जो कोरोना चलिया सी लोग जिउंदे तो छड्ड के भजदे सन, कोरोना आ गया नेड़े नहीं जाना। और बहुत सारिया तस्वीरां सन मरे तो बाद संस्कार तक नहीं सन करते, जेड़े कहंदे सन असीं तेरे लिए जान देण लई तैयार हां। और सतगुरु धन गुरु ग्रंथ साहिब ने कृपा की है, कहंदे ने हरि दे नाम तो बिना ये संसा जिहड़ा चुकना नहीं, ये भेद जिहड़ा है ये गुरु ने दसना है। भाई सतगुरु जी ने पावन बचन कहे, कहंदे जाको मुश्किल अत बनै ढोई कोई ना दे, लागू होए दुश्मना साख पे भज कले, सबो भजै आसरा चुकै सब असरा हो। तो फिर एडी वड्डी मुसीबत तो किवें बचया जाए, किवें ये दुख सानू दुखी ना करे। सतगुरु कहंदे ने चित आवे उस पार ब्रह्म, तां लगे ना तत्ते वाओ, बस तेनू वो चेते आ जे भुले ना, ते एडे वड्डे दुख दे विच भी तत्ती वाह नहीं लगेगी, वो तत्ती वाह लगन नहीं देगा। हुण सतगुरु जी ने कृपा की, पर जे भुल गए ये तो रोग है ना, बीमारी है कि बिसरंत हर गोपालै, नानक ते प्राणी उद्यान भरमण है। सतगुरु जी ते बीमारी फिर इनका इलाज की है। और गुरु साहिब जी इलाज भी दसते हैं। धन गुरु नानक देव महाराज सच्चे पातशाह के बचन ने, ये जिहड़ी दुखों वाली बीमारी एक बड़ा वड्डा रोग है, और इस रोग ने मौत तक लै जाना। मौत अपने आप दे विच बड़ा वड्डा दुख है। और कई बार शब्द आप वरतने कि फलाने की मौत हो गई या मौत आ गई, पर सतगुरु जी ने कृपा की, धन गुरु ग्रंथ साहिब जी कहते हैं भी मौत कभी किसी को नहीं आई। जेड़ा कोई बंदा गया है मौत वल्ले ही गया है, मौत के मूँह विच आप ही गया है। हुण किवें जी, देखो बच्चे का जन्म होया, मौत तो उदों भी है। बच्चे का जन्म होया, पहला सवास लिया, मौत वाले पासे नूं उन्हें अपना जिहड़ा रस्ता है पेंडा शुरू कर दिता। हुण ये रब जानदा, परमेश्वर जानदा कि किन्ने सवास ने। एक सवास खत्म होया, मौत के नेड़े हो गया। सानू लगता कि साल का हो गया, वड्डा हो गया। गुरु साहिब जी कहते हैं एक साल च जिन्ने सवास ने वो रस्ता तय करके ये मौत वाले पासे आप जा रहा है। और ये आउणी सब नूं है। सतगुरु धन गुरु नानक साहिब के बचन असीं पढ़ते तो रोज़ रात को सोला साहिब कर लगे शाम, जिथे गुरु साहिब जी कहते हैं औद घटै दिन सरैणा रे। देखो कई बार कई थावां ते कई देशों में रस्ते ऐसे ने कि जेड़े सिर्फ केवल दिन के वेले चलते हैं, रात को बंद कर दिते जाते हैं। और कई रस्ते ऐसे ने जेड़े दिन च बिल्कुल बंद होंदे ने, काम चलता होंदा, रात को खोल देंदे ने। पर यह मौत वाला रस्ता तो ऐसा है कि ये ना रात को रुके तो ना दिने रुके, दिन रात ये सफ़र बंदा कर ही रहा और मौत वाले पासे जा रहा है। औद घटै दिन सरैणा रे, ये नहीं समा रुकदा। देखो जिहड़ी रात निकल गई गुजर गई, इत्थे गुरु साहिब जी कहते हैं नौखंड की धरती का तू राजा होवें, जिहड़ी रात निकल गई तो कदे यतन करके वेख कि लखां करोड़ा अरबा खरबा रुपये दे के भी वो रात तू वापस लिया सकना। जिहड़ी रात निकल गई तेरी बड़े सुखों दे विच निकली, वो रात वापस नहीं आउणी। हाँ हो सकता अगले तू तेनू लगे बड़ा सुख हो, उस तो ज़्यादा सुखा वाली तू बना लवें, पर वो जिहड़ी निकल गई है रात या जिहड़ा दिन वो वापस आना नहीं। औद घटै दिन सरैणा रे, इस रस्ते ते चलिया जाना। तो गुरु साहिब जी कहते हैं मन गुर मिल काज सवारे, अपने गुरु नूं मिल के अपना काज सवारना है, काम बना लै। किहड़ा काम सवारना है कि जिहड़े काम वास्ते तू संसार ते आया, और सानू उम्र लंघ जाती पता ही नहीं लगना कि किहड़े काम ले आया। धन गुरु अर्जन देव जी के बचन तो रोज़ पढ़ने सूदर की बाणी में, भई प्राप्त मनुख दे हुरिया, पर विचार कदे नहीं कीते कि कहदे लिए भई कहदे नहीं मिली। गुरु साहिब जी कहते हैं गोबिंद मिलन की यह तेरी बरिया। जे इस रस्ते ते मौत वाले रस्ते ते तुरया जाना, अपने गुरु नूं मिल के काज सवार लै ते सच जानी ये समा तेरा स्वर्ग वर्गा बन जाएगा, धरती भी स्वर्ग वर्गी बन जाएगी।
पर जे भुल गया तो फिर गुरु साहब जी कहते ने फिर इवें जिवें उद्यान परमड़ है, बड़े भयानक जंगल दे विच जिवें भटके हुए हैं। और सतगुरु जी ने कृपा की, धन गुरु तेग बहादुर साहब जी कहते हैं भाई ये जिहड़ा मौत का दुख आना सब नूं है, पर जो गुरु नूं मिल के काज सवार लीए ना, फिर कहते ने मौत नूं चेते जरूर रखी पर चिंता ना करी, क्योंकि चिंता तो तां करिए जे मौत होनी ना हो। चिंता ताकि कीजी है, जो अणहोनी होए ये अणहोनी थोड़ा तो आनी आनी है। चिंता नहीं करनी, चिंतन करना। बस गुरु साहब जी ये दुआ दसदे ने कि हर के नाम बिना दुख पावे, ये बीमारी है, ते नाम की प्राप्ति हो जाए, नाम मिल जाए तो फिर सतगुरु जी कहते हैं इस बीमारी तो छुटकारा हो सकता है। सुखी किवें होना, सुख किवें मिलणगे। सतगुरु कहते हैं एक गल चित रखी, सुख नाही रे हर भगत बिना, इनका मतलब भगती तो सुख मिलणगे। सुख नाही रे हर भगत बिना, जीत जन्म एह रतन अमोलक, साध संगत भज एक खिणा, ये दवाई है, ये तरीका है। जे तू चाहना कि ये दुख दुखी ना करन, दुखों दे विच भी सुख मिले, फिर भज, फिर वाहिगुरु वाहिगुरु जप। और गुरु साहब जी कहते हैं किते एक खिणी जप लै, पर किवें? कहते साध संगत जप एक खिणा, किते संगत विच मिल के जप लै। और जपन का सिद्धांत गुरु साहब ने दिता है। फिर सतगुरु कहते जे तू सुख ही सुख चाहना तो संगत विच मिली, संगत विच जपी, क्योंकि संगत की रंगत चढ़ती जरूर है। जिवें दी संगत उवें दी रंगत चढ़ती। ताई तो बाबा कबीर जी कहते सन कि संगत कर उन्हां दे जिहड़े जपण वाले ने और जिहड़े नास्तिक ने, उन्होंने वेख के दूरों भज जाओ, क्योंकि उनकी रंगत भी कई बारी चढ़ी जाती है। तो जे पूछे किवें जी, और बाबा कबीर जी ने उदाहरण दिते, सागतां दी संगत इवें दी है कि जिवें काले भांडियां दे स्टोर विच चिट्टे कपड़े पा के कोई वड़ जाए, किते ना किते दाग लगता है। उन्होंने वेख के दूरों भज जी। और बाबा कबीर जी का पावन बचन है, कहते साकत संग न कीजिए, दूरां जाइए भाज। ते पूछया क्यों भजना है जी? कहते बासन कारो परसी है, वो काले भांडे की तरह ने, तो किश लग गए दाग, कोई ना कोई दाग तेरे जीवन च लग जाना है। हुण इत्थे सतगुरु जी ने वो दवाई दिती, वो दवाई दसी कि तू गुरु गुरु जप, संगत विच जप। और देखो भाई साहब भाई गुरदास जी ने तो सानू बड़े सोहणियां उदाहरण दे के तरीके नाल समझाया भी कि बंदा बीमार होवे, अक्सर पूछता है कि सियाणा डॉक्टर किहड़ा है। हुण पूछे जाए, पूछ ले कि सब तो सियाणा किहड़ा? MD डॉक्टर है जी, सब तो सियाणा है। डॉक्टर कोल पहुँच भी गया, डॉक्टर ने चेक किया, दवाई लिख दी, मैडिकल तो खरीद भी ली, पर वो दवाई नूं लिया के घर रख दे ते लिया के उन्होंने धूफ बत्ती करीए। डॉक्टर ने कहा 3 दिन खाना है, तो ये कहे नहीं मैं तो 11 दिन धूप बत्ती कर देंगा, 21 दिन कर देंगा। तो भाई साहब जी कहते हैं दसो धूप बत्ती करके वो दवाई नालों ठीक हो जाएगा। और किते ना किते बस साडी हालत बन उवें दी गई है कि गुरु गुरु जपना नहीं, असी करवा लेना, पाठी सिंह कर देंगे, बस धूप बत्ती असी कर देंगे। गुरु साहब जी दवाई दसते हैं भाई साध संगत जप एक खिणा। और ये सतगुरु जी ने पावन बचन बेनती कहे ने, सारे रोगों की इको दवाई है, और वो है सिमरन, वो है वाहिगुरु। गुरु नूं मिल के जप, और ये सुख मिलणगे किवें? एक छोटी जी गाथा कह के फिर अखरी अर्थ करने ने। एक साधु है जिन्हें तन के कपड़े भी नहीं पाए, लंगोट बन्निया है, सियाल के दिनों नदी के किनारे बैठा और धुप सेक रहा है। और उस मौज में बैठा जिन्हों मौज, जड़ी मौज बाबा कबीर जी कहते हैं चरण कमल की मौज में रहो अंते रियाद। एक राजा आया, राजा आके कहता साधु नूं पुछदा है कि मैं तो दुखी बड़ा हाँ। हुण एक राजा है जिंदे कोल राज है, वो कहता दुखी बड़ा हाँ।
तो पुछदा किन्ने जिन्ने तन ते कपड़े भी नहीं पाए, पैरों 'च जोड़ा भी नहीं। इहदा मतलब वो सुखी है। और गुरु साहब ने पावन बचन कहे ने, देखो राजे भी सुखी हो सकते हैं, शिव नाम वर्गे। और गुरु नानक साहब जी का सब तो पहला सिख ही कह ली कि राजा सिराए बुलार। पर जे नाम है तो राज पाग हुंदे होया भी सुख है, जे नाम नहीं तो राज पाग हुंदे होया भी दुखी है। हुण वो राजे ने सवाल किया कि बाबा दुनिया के सुख तो बड़े ने पर है मैं फिर भी दुखी। तो साधु कहते भी तेरा सुख तो मिल जाएंगे, दुख दूर हो जाएंगे, पर तेरे सवाल का जवाब मैं देंगा। मैं चलिया पहाड़ के उत्ते, टीसी के उत्ते जाके देंगा, जे जवाब लेना तो नाल चल। राजा तैयार हो गया। हुण साधु ने 3 पत्थर जेड़े ना छोटे छोटे बन के 1-1 2-2 किलो दे राजे के सिर ते रखते कि पत्थर उत्ते लैके जाने ने काम है। हुण पहाड़ ते जेड़े चढ़ते हैं उन जिन्हों का अभ्यास हो तो चढ़ जाते हैं, भार लैके भी चढ़ जाते हैं। पर पहाड़ ते जो चढ़ना होवे हकीकत है कि भावें 2 किलो का पिछे बैग हो, थोड़े जे कपड़े हो, वो भी बड़े भारे लगते हैं। राजा रवे पिछे साह फुले। और साधु रोके फिर कहता कि औखा औखा कम लगता है, ये पत्थर थले रह के कम कर, एक पत्थर ला के सुट दे, थोड़ा हौला हो जाएगा फिर चली। एक पत्थर लाया थोड़ा जिहा तो सौखा होया, पर राजे तो फिर कितने चले जाए। साधु फिर कहता जे हजे भी औखा लगता एक पत्थर होर ला के सुट दे। वो लाया थोड़ा जिहा सौखा होया, पर राजा फिर भी पिछे पिछे। हुण साधु कहता कि जे हजे भी औखा लगता तीजा भी ला दे सुट दे। हुण जदों तीजा पत्थर लाया राजे नूं तो पैदल चलना भी औखा सी, पर वो साधु दे नाल नाल फिर चलदा गया। जदों पहाड़ ते पहुंच गया राजा कहता हुण ते दस दे साह फुल गई कि सुख मेरे को राज है, मैं राजा हाँ, पर मैं फिर भी दुखी क्यों हाँ। और साधु कहता कि तेनों हजे भी पता नहीं लग्या। थल्ले जदों तो चले सा समझाउंदा ही ते आया। वो राजा नाले कहता हद होगी बाबा, समझाया कित्थे है, तू तो बोले ही कुछ नहीं, बस भार चकाया तो चढ़ाई आया उत्ते, गल तो एक भी नहीं की। और साधु कहता असल में 3 पत्थर जेड़े ने तेनों समझाने वास्ते सन। वो 3 पत्थर सन, एक लाज का, एक चिंता का, एक हंकार का। और देखो ये 3 पत्थर हर कोई चुकी फिरदा, अपने आप को मुख्यमा कर लिए सिख कहने वाला भी चुकी फिरदा है। लाज का पत्थर से चुकया है ना जी, कि भावें रहत मर्यादा से पढ़ी भी है, भावें देखो बहुत सारे नहीं कि किसी को समझ नहीं, प्रचार भी इन्ना है, बहुत सारे को समझ है कि मर्यादा दे विच कोई घड़ा नहीं तोड़ना। जदों कोई मनुख मर जे, चढ़ाई कर जे, संस्कार करन जाना है, ये तो इशनान करना, अगे जाके सीधा चिखा दे विच चिण देना, रात विच कुछ नहीं करना, साडी मर्यादा है। इन्हां दा मतलब ये नहीं कि असीं जानते नहीं, बहुत सारे सिख जानते ने, पर उदों जदों फिर नाल दे आंढी गुआंढी रिश्तेदार मासी भूआ कहंदे कि नहीं नहीं घड़ा तो तोड़ना चाहिए है, चलो तोड़ लो फिर, क्योंकि फिर मर्यादा भुल गया ना। फिर लाज है कि जे ना तोड़िया कि घड़े वास्ते मासी की कहेगी, भूआ की कहेगा, चाचे ताए की कहेंगे। वो लाज मारदी, पता है कि अज अंतिम अरदास होगी, इस तो बाद कुछ नहीं करना, पर मासियां का फिर फोन आ जाता, भूआ फिर कह देंदी बरसी नहीं करानी, कि लोग की कह कई तो तां ही कराई जाते हैं। और देखो सतगुरु जी कृपा करन कि तो सानू समझ आवे, जिथे लोग विआहां 'च तो खर्चा करते हैं और जिहड़े भोग ने एक दूजे नूं वेख के करजा चढ़ाई जाते हैं, कि जिवें पहलों सुखना सुखदा होवे कि मेरा मरेगा इन्हें 2 लाख लाया तो मैं 4 लाख लावांगा, भी हद नहीं होगी। लाज का पत्थर से चुक्या नहीं, सतगुरु जी कृपा करते हैं भी ये लाज के पत्थर जिहड़े ने इनू सुट। और ये सतगुरु जी ने पावन बचन बाणी दे विच कहे ने जी कि सुन सखिए प्रभ मिलन निशानी, जे रब नूं मिलना तो ये निशानी है लाज का पत्थर ला के सुट। केड़ा जी? सुन सखिए प्रभ मिलन निशानी, मन तन अर्प तज लाज लुकानी। लोगों की लाज ला के पर रख, फिर जो गुरु कहंदा उन्हूं मन।
ਤੇ ਜੇ ਨਹੀਂ ਮਿਲਣਾ ਤੇ ਨਿਸ਼ਾਨੀ ਸਭ ਤੋਂ ਪਹਿਲੀ ਮਿਲਣ ਦੀ। ਹੁਣ ਸਤਿਗੁਰੂ ਜਿੱਥੇ ਕਿਰਪਾ ਕਰਦੇ ਨੇ ਵੀ ਲਾਜ ਸ਼ਰਮ ਦੁਨੀਆ ਦੀ ਨਹੀਂ। ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਨੇ ਜੇ ਕਿਰਪਾ ਕੀਤੀ ਬਚਨ ਕਹੇ। ਧੰਨ ਬਾਬਾ ਅਮਰਦਾਸ ਜੀ ਜਦੋਂ ਗੁਰੂ ਨਹੀਂ ਬਣੇ, ਔਰ ਆਪਾਂ ਜਾਣਦੇ ਹਾਂ ਸਾਡੇ ਸਮਾਜ ਵਿੱਚ ਹੈ ਕਿ ਜਿਹੜੀ ਨਹੁੰ ਰਾਣੀ ਹੈ, ਨਹੁੰ ਧੀ ਹੈ, ਉਹ ਸੱਸ ਸਹੁਰੇ ਦੀ ਲਾਜ ਰੱਖਦੀ ਹੈ। ਸਹੁਰਾ ਸਾਹਮਣੇ ਆਵੇ ਤੇ ਭਾਵੇਂ ਚਲੋ ਅੱਜ ਘੁੰਡ ਨਹੀਂ, ਪਰ ਫਿਰ ਵੀ ਨੀਵੀਂ ਪਾ ਕੇ ਹੱਥ ਜੋੜ ਕੇ ਸਤਿਕਾਰ ਕਰਦੀ ਹੈ। ਧੰਨ ਬਾਬਾ ਅਮਰਦਾਸ ਜੀ ਸਹੁਰਾ ਸਾਹਿਬ ਨੇ, ਪਰ ਆਪਣੀ ਨਹੁੰ ਦੇ ਕੋਲ ਜਾ ਕੇ ਹੱਥ ਜੋੜਦੇ ਨੇ, ਦੁਨੀਆ ਦੀ ਲਾਜ ਨਹੀਂ ਰੱਖੀ। ਨਹੁੰਆਂ ਤੇ ਸਹੁਰੇ ਕੇ ਹੱਥ ਜੋੜਦੀਆਂ ਸਨ, ਪਰ ਸਹੁਰੇ ਨੇ ਪਹਿਲੀ ਵਾਰ ਹੋਏਗਾ ਕਿ ਨਹੁੰ ਦੇ ਸਾਹਮਣੇ ਜਾ ਕੇ ਹੱਥ ਜੋੜਦੇ ਨੇ ਕਿ ਧੀਏ ਬੇਟਾ, ਇਹ ਜਿਹੜਾ ਸ਼ਬਦ ਤੂੰ ਪੜ੍ਹਿਆ ਹੈ, ਜਿਹੜੇ ਗੁਰੂ ਦਾ ਸ਼ਬਦ ਦਾ ਤੂੰ ਪੜ੍ਹਦੇ ਉਸ ਗੁਰੂ ਤੱਕ ਮੈਨੂੰ ਲੈ ਕੇ ਜਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਵਿੱਚ ਆਏ, ਦੁਨੀਆ ਦੀ ਲਾਜ ਨਹੀਂ ਰੱਖੀ। ਉੱਥੇ ਘੜਾ ਚੁੱਕਿਆ ਕਿਉਂਕਿ ਜਾਣਦੇ ਨੇ ਮੈਂ ਕਿਸੇ ਕੁੜਮ ਦਾ ਪਾਣੀ ਨਹੀਂ ਭਰਦਾ, ਮੈਂ ਆਪਣੇ ਗੁਰੂ ਦਾ ਪਾਣੀ ਭਰ ਰਿਹਾ। ਕੋਈ ਲਾਜ ਨਹੀਂ ਰੱਖੀ। ਔਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਜਦੋਂ 12 ਸਾਲ ਬਾਅਦ ਬਾਬਾ ਅਮਰਦਾਸ ਜੀ ਖੱਡੀ 'ਚ ਡਿੱਗਦੇ ਨੇ, ਔਰ ਜਦੋਂ ਕੋਈ ਡਿੱਗਦਾ ਹੈ ਡਿੱਗੀ ਹੋਈ ਚੀਜ਼ ਵਿੱਚੋਂ ਕੁਝ ਨਾ ਕੁਝ ਡੁੱਲਦਾ ਹੈ। ਔਰ ਧੰਨ ਬਾਬਾ ਅਮਰਦਾਸ ਜੀ ਦੇ ਵਿੱਚੋਂ ਕੀ ਡੁੱਲਿਆ ਜੀ? ਆਨੰਦ ਸਾਹਿਬ ਪਹਿਲੀ ਬਾਣੀ ਸੀ ਕਿ ਆਨੰਦ ਭਇਆ। ਹੁਣ ਆਨੰਦ ਹੀ ਆਨੰਦ ਆ ਗਿਆ। ਕਹਿੰਦੇ ਕਦੋਂ? ਜਦੋਂ ਸਤਿਗੁਰੂ ਮੈਂ ਪਾਇਆ, ਗੁਰੂ ਮਿਲ ਗਿਆ ਤੇ ਆਨੰਦ ਆ ਗਿਆ। ਦੁਨੀਆ ਦੀ ਲਾਜ ਲਈ। ਪਹਿਲਾ ਪੱਥਰ ਲਾਜ ਦਾ ਗੁਰੂ ਕੇ ਸਿੱਖੋ, ਇਹ ਲਾ ਕੇ ਸੁੱਟ ਦਿਓ ਜੇ ਚਾਹੁੰਦੇ ਹੋ ਕਿ ਦੁੱਖ ਵੀ ਦੁਖੀ ਨਾ ਕਰ ਸਕੇ ਤੇ ਸੁੱਖ ਮਿਲੇ। ਦੂਜਾ ਪੱਥਰ ਹੈ ਚਿੰਤਾ ਦਾ। ਔਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿੱਥੇ ਕਿਰਪਾ ਕੀਤੀ, ਉੱਥੇ ਧੰਨ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਕਿ ਜੇ ਗੁਰੂ ਕਾ ਸਿੱਖ ਹੈ ਭਾਈ, ਫਿਰ ਚਿੰਤਾ ਨਾ ਕਰ, ਹਾਂ ਚਿੰਤਨ ਜ਼ਰੂਰ ਕਰ। ਚਿੰਤਨ ਕਰ ਮੌਤ ਦਾ, ਚਿੰਤਨ ਕਰ ਰੱਬ ਦਾ, ਪਰ ਚਿੰਤਾ ਨਾ ਕਰ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਿਸ ਦੇਵੀ ਸੁਖ ਚਾਹੁੰਦਾ। ਤੇ ਤੀਸਰਾ ਪੱਥਰ ਹੰਕਾਰ ਦਾ ਲਾ ਕੇ ਸੁੱਟ ਦੇ, ਕਿਉਂਕਿ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਹਰ ਜੀਉ ਹੰਕਾਰ ਨਾ ਪਾਵੇ, ਵੇਦ ਕੂਕ ਸੁਣਾਵੇ। ਹੋਮੇ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। ਇਹ ਹੋਮੇ ਵਾਲਾ ਹੰਕਾਰ ਵਾਲਾ ਪੱਥਰ ਲਾ ਕੇ ਸੁੱਟ। ਔਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਜਿਨ੍ਹਾਂ ਨੇ ਇਹ ਤਿੰਨੇ ਪੱਥਰ ਲਾ ਕੇ ਸੁੱਟ ਦਿੱਤੇ। ਅਸਲ ਵਿੱਚ ਉਹਨਾਂ ਦੇ ਕੋਲ ਤੇ ਸੁੱਖ ਹੈ, ਤੇ ਬਾਕੀ ਜੇ ਕਹਿਣ ਕਿ ਸਾਡੇ ਕੋਲ ਰੁਪਈਏ ਪੈਸੇ ਦਾ ਜਾਂ ਰਾਜ ਭਾਗ ਦਾ ਸੁੱਖ ਹੈ, ਤੇ ਗੁਰੂ ਸਾਹਿਬ ਜੀ ਅੱਜ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਬਈ ਤੈਨੂੰ ਬਿਲਕੁਲ ਭੁਲੇਖਾ ਹੈ, ਤੂੰ ਤੇ ਭੁੱਲਿਆ ਹੋਇਆ, ਤੂੰ ਤੇ ਭਟਕਿਆ ਹੋਇਆ। ਭਿਆਨਕ ਜੰਗਲ ਦੇ ਵਿੱਚ, ਸੰਸਾਰ ਵੀ ਤੇ ਜੰਗਲ ਹੈ ਨਾ। ਔਰ ਨਾਲ ਗੁਰੂ ਸਾਹਿਬ ਜੀ ਕਹਿੰਦੇ ਨੇ ਅਗਲੇ ਪਦੇ 'ਚ ਕਹਿ ਰਹੇ ਨੇ, ਕੌਤਕ ਕੋੜ ਤਮਾਸਿਆ ਚਿੱਤ ਨ ਆਵ ਸੁਨਾਓ। ਜੇ ਰੱਬ ਦਾ ਨਾਮ ਚੇਤੇ ਨਹੀਂ, ਗੁਰੂ ਦਾ ਨਾਮ ਚੇਤੇ ਨਹੀਂ, ਭਾਵੇਂ ਕਰੋੜਾਂ ਤਮਾਸ਼ੇ ਵੇਖ। ਕੌਤਕ, ਕੌਤਕ ਤਮਾਸ਼ੇ ਹੈ ਨਾ ਜੀ, ਕੋੜ ਦਾ ਅਰਥ ਕਰੋੜਾਂ। ਕਰੋੜਾਂ ਹੀ ਤਮਾਸ਼ੇ ਵੇਖ, ਤੇਰੇ ਕੋਲ ਰੁਪਈਆ ਪੈਸਾ, ਜੇ ਰੱਬ ਚੇਤੇ ਨਹੀਂ ਤੇ ਅਸਲ ਵਿੱਚ ਇਹ ਤਮਾਸ਼ੇ ਨਹੀਂ। ਇਹ ਸਵਰਗ ਵਰਗੀ ਧਰਤੀ ਤੇਰੇ ਵਾਸਤੇ ਤੇ ਨਹੀਂ। ਕਹਿੰਦੇ ਨਾਨਕ ਕੋੜੀ ਨਰਕ ਬਰਾਬਰੇ, ਉਜੜ ਸੋਈ ਥਾਉ। ਅਸਲ ਵਿੱਚ ਤੂੰ ਉਸ ਭਿਆਨਕ ਨਰਕ ਦੀ ਤਰ੍ਹਾਂ ਹੈ। ਕੋੜੀ ਦਾ ਅਰਥ ਭਿਆਨਕ, ਡਰਾਉਣਾ। ਉਸ ਭਿਆਨਕ ਨਗਰ ਵਰਗੀ ਥਾਂ ਹੈ ਜਿਹਨੂੰ ਤੂੰ ਸਵਰਗ ਵਰਗੀ ਸਮਝ ਰਿਹਾ ਹੈ, ਔਰ ਬਿਲਕੁਲ ਉਜਾੜ ਹੈ ਜਿੱਥੇ ਨਾਮ ਨਹੀਂ। ਪੌੜੀ ਮਹਾ ਭਿਆਨ ਉਦਿਆਨ, ਨਗਰ ਕਰ ਮਾਨਿਆ। ਪੌੜੀ ਦੇ ਵਿੱਚ ਫਿਰ ਸਮਝਾਉਂਦੇ ਨੇ ਬੰਦੇ ਨੂੰ ਭੁਲੇਖਾ ਹੀ ਪੈ ਗਿਆ ਸੁੱਖਾਂ ਦਾ। ਹੈ ਭਿਆਨਕ ਜੰਗਲ ਵਿੱਚ, ਇਹਨੂੰ ਬੜਾ ਸੋਹਣਾ ਨਗਰ ਸਮਝ ਲਿਆ, ਚਮਕਦਾ ਹੋਇਆ ਸ਼ਹਿਰ ਸਮਝ ਲਿਆ, ਰੌਣਕ ਵਾਲਾ ਸ਼ਹਿਰ ਸਮਝ ਲਿਆ। ਕਹਿੰਦੇ ਝੂਠ ਸਮੱਗਰੀ ਪੇਖ, ਸੱਚ ਕਰ ਜਾਣੇ। ਇਹ ਜਿਹੜੀ ਨਾਸ ਹੋਣ ਵਾਲੀ ਸਮੱਗਰੀ, ਸਾਜੋ ਸਮਾਨ ਹੈ, ਧੀਆਂ ਪੁੱਤਰ ਧਨ ਪਦਾਰਥ, ਇਹਨਾਂ ਨੂੰ ਸੱਚਾ ਸਮਝ ਲਿਆ। ਤੇ ਸਮਝਿਆ ਕਿਉਂ ਜੀ? ਕਿਉਂਕਿ ਕਹਿੰਦੇ ਕਾਮ ਕ੍ਰੋਧ ਅਹੰਕਾਰ ਫਿਰੇ ਦੇਵਾਨਿਆ। ਕਾਮ ਵਿੱਚ, ਕ੍ਰੋਧ ਵਿੱਚ, ਅਹੰਕਾਰ ਵਿੱਚ ਪਾਗਲ ਹੋ ਗਿਆ। ਇਹਨਾਂ ਦੇ ਵੱਸ ਹੋ ਕੇ ਸਾਰਾ ਕੁਝ ਬੰਦਾ ਕਰਦਾ ਹੈ, ਜਾਂ ਲੋਭ ਦੇ ਵੱਸ ਵਿੱਚ ਹੋ ਕੇ, ਜਾਂ ਮੋਹ ਦੇ ਵੱਸ ਵਿੱਚ ਹੋ ਕੇ, ਜਾਂ ਕਾਮ ਦੇ, ਜਾਂ ਕ੍ਰੋਧ ਦੇ, ਜਾਂ ਅਹੰਕਾਰ ਦੇ। ਇਹਨਾਂ ਦੇ ਵੱਸ ਵਿੱਚ ਹੋਇਆ ਕਮਲਾ ਹੀ ਹੋ ਗਿਆ, ਪਾਗਲ ਹੀ ਹੋ ਗਿਆ, ਜੋ ਝੂਠਾਂ ਨੂੰ ਸੱਚ ਸਮਝ ਲਿਆ।
सिर लगा जम डंड तां पछतानिया, मौत वाला रस्ता सारा तय कर गया ते जदों जमा का डंड सिर च वज्या फिर केवल पछतावा पिया। बिन पूरे गुरुदेव फिरे शैतानिया। और दो ही तरह के मनुख ने, एक जां ते इंसान है ते जां शैतान है। और धन गुरु अर्जन देव जी कहते ने जे पूरा गुरु नहीं मिलिया, गुरु वाला नहीं बनया तो फिर शैतान ही है। भाई शैतानी छड्ड, इंसान बन। और गुरु साहब ने तो पावन बचन कहे ने, इवें दा मनुखा वाला शरीर किसे कम नहीं, जेड़ा है ही पशु। पशु मरे 10 काज सवारे। कहते नरू मरै नर काम न आवे, पशु मरे 10 काज सवारे। और इनके अर्थ पहलों भी शायद किते ने। नरू मरे मनुख मर जे किसे काम नहीं, अखरी अर्थ उत्तों तो इवें लगते हैं। पशु मरे तो 10 काज सवारदा है। पर देखो जिते पशु काज सवारदा ना मरिया होया, मनुख तो उस तो किते ज़्यादा सवारदा है। ये डॉक्टर को पुछ के देखो ना, कोई जिउंदिया जे भावें किसी का कोई काम ना सवारिया होवे, घरदियां नूं भी दुखी कीता होवे, पर जे मर जाए तो समय सिर डॉक्टर को दे दो, डॉक्टर कहेंगे कई जिंदगियां बचा सकता है। असल में गुरु साहब ने उत्थे पावन बचन कहे ने, मनुख के अंदर का पशु मर जे तो वह फिर दुनिया के समाज के घर के 10 काम सवार सकता है। पर मनुख के अंदरों मनुख ही मर जाए, मनुखता ही मर जाए, इंसानियत ही मर जाए, उन्हें किसी का की सवारना, वो तो अपना आप नहीं सवार सकता। और सतगुरु जी कृपा करन, ये साडे अंदर की मनुखता ये गुरु की कृपा नाल ही बच सकती और बची रहे। हुई भुलों की खिमा। आओ एक दो